ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 261। ਹੁਣ ਤੱਕ 52 ਸ਼ਲੋਕ ਸੰਪੂਰਨ ਹੋਏ ਸਨ। ਅਗਲਾ ਸ਼ਲੋਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸ਼ਲੋਕ ਖਾਤ ਪੀਤ ਖਿਲਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਥ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਅਸੀਂ ਪੜ੍ਹ ਰਹੇ ਹਾਂ। 52 ਅੱਖਰੀ 53ਵਾਂ ਸ਼ਲੋਕ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ। ਖਾਂਦਿਆਂ ਪੀਂਦਿਆਂ ਖੇਡਦਿਆਂ ਹੱਸਦਿਆਂ ਮੌਜਾਂ ਮਾਣਦਿਆਂ ਕਈ ਜਨਮ ਨਿਕਲ ਗਏ ਸਾਡੇ। ਇੱਕ ਨਹੀਂ ਕਈ ਜਨਮ। ਮਹਾਰਾਜ ਕਹਿੰਦੇ ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਸਾਡੀ ਹਾਲਤ ਮਹਾਰਾਜ ਦੱਸਦੇ ਨੇ ਕਿ ਸਾਡੀ ਇਸ ਤਰ੍ਹਾਂ ਹੀ ਨਿਕਲ ਗਈ ਜੀਵਨ ਸਾਰੇ। ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਪ੍ਰਭੂ ਤੁਸੀਂ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਨੂੰ ਇਸ ਸੰਸਾਰ ਸਮੁੰਦਰ ਤੋਂ ਬਾਹਰ ਕੱਢੋ। ਇਹ ਜੰਮਣ ਮਰਨ ਦਾ ਗੇੜ ਸਾਡਾ ਖਤਮ ਕਰੋ। ਸਾਨੂੰ ਤੁਹਾਡਾ ਹੀ ਆਸਰਾ ਹੈ, ਸਾਨੂੰ ਤੁਹਾਡੀ ਹੀ ਟੇਕ ਹੈ। ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ। ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ। ਇਸ ਤਰ੍ਹਾਂ ਜੀਵਨ ਦੇ ਖੇਡ ਨੂੰ ਖੇਡਦਿਆਂ ਖੇਡਦਿਆਂ ਜ਼ਿੰਦਗੀ ਦੀ ਬਾਜੀ ਖੇਡਦਿਆਂ ਖੇਡਦਿਆਂ ਅਨੇਕਾਂ ਜੂਨਾਂ ਭੋਗ ਕੇ ਦੁੱਖ ਭੋਗ ਕੇ ਅਸੀਂ ਸੰਸਾਰ ਤੋਂ ਚੱਲਦੇ ਆ ਰਹੇ ਹਾਂ। ਖੇਦ ਮਿਟੇ ਸਾਧੂ ਮਿਲਤ। ਜਦੋਂ ਅਸੀਂ ਗੁਰੂ ਨੂੰ ਮਿਲੇ ਇਹ ਸਾਡੇ ਦੁੱਖ ਮਿਟੇ ਕਿਉਂਕਿ ਸਤਿਗੁਰਾਂ ਦੇ ਬਚਨ ਸਾਡੇ ਹਿਰਦੇ ਸਮਾ ਗਏ। ਸਤਿਗੁਰ ਬਚਨ ਬਚਨ ਹੈ ਸਤਿਗੁਰ। ਜਦੋਂ ਬਾਣੀ ਸਾਡੇ ਹਿਰਦੇ ਸਮਾਈ ਸਾਨੂੰ ਜੀਵਨ ਦੀ ਜਾਚ ਆਈ, ਸਾਨੂੰ ਸਮਝ ਆਇਆ ਕਿ ਜੀਵਨਾ ਕਿਹਨੂੰ ਕਹਿੰਦੇ ਨੇ। ਉਦੋਂ ਇਹ ਜੰਮਣ ਮਰਨ ਦਾ ਗੇੜ ਸੀ ਜਿਹੜਾ ਉਹ ਖਤਮ ਹੋਇਆ। ਖਿਮਾ ਗਈ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ। ਖਰੀ ਕਿਰਪਾ ਠਾਕੁਰ ਭਈ ਆਨੰਦ ਸੂਖ ਬਿਸਰਾਮ। ਸਤਿਗੁਰੂ ਨੂੰ ਮਿਲ ਕੇ ਸਾਨੂੰ ਜੀਵਨ ਦੀ ਸਮਝ ਆਈ। ਖਿਮਾ ਗਈ ਸੱਚ ਸੰਚਿਓ। ਅਸੀਂ ਖਿਮਾ ਕਰਨਾ ਸਿੱਖ ਲਿਆ, ਮਾਫ ਕਰ ਦੇਣਾ। ਇਹ ਬਹੁਤ ਵੱਡਾ ਗੁਣ ਹੈ ਜੀ, ਕਿਸੇ ਦੇ ਗੁਨਾਹਾਂ ਨੂੰ ਮਾਫ ਕਰ ਦੇਣਾ। ਅਗਰ ਅਸੀਂ ਚਾਹੁੰਦੇ ਹਾਂ ਕਿ ਉਹ ਵਾਹਿਗੁਰੂ ਅਕਾਲ ਪੁਰਖ ਸਾਡੇ ਗੁਨਾਹਾਂ ਨੂੰ ਮਾਫ ਕਰ ਦੇਵੇ ਤਾਂ ਪਹਿਲਾਂ ਸਾਨੂੰ ਵੀ ਮਾਫ ਕਰਨਾ ਪਏਗਾ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਖਿਮਾ ਗਈ ਸੱਚ ਸੰਚਿਓ। ਸੱਚ ਇਕੱਠਾ ਕੀਤਾ, ਸਚਿਆਰ ਜੀਵਨ ਬਣਿਆ, ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿ ਕੇ ਕਹਿੰਦੇ ਇਸ ਤਰ੍ਹਾਂ ਉਹ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਕੀਤਾ। ਉਸ ਨਾਮ ਰੂਪੀ ਭੋਜਨ ਨੂੰ ਇਸ ਤਰ੍ਹਾਂ ਖਾਧਾ। ਖਰੀ ਕਿਰਪਾ ਠਾਕੁਰ ਭਈ ਆਨੰਦ ਸੂਖ ਬਿਸਰਾਮ। ਇਹ ਕਿਰਪਾ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਕਿ ਸਾਡੇ ਅੰਦਰ ਇਹ ਗੁਣ ਪੈਦਾ ਕਰ ਦਿੱਤੇ। ਅਸੀਂ ਦੂਜਿਆਂ ਦੇ ਗੁਨਾਹਾਂ ਨੂੰ ਮਾਫ ਕਰਨ ਲੱਗ ਪਏ। ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸਮਾਉਣ ਲੱਗ ਪਏ, ਉਹਦੇ ਗੁਣਾਂ ਨੂੰ ਧਾਰਨ ਕਰਨ ਲੱਗ ਪਏ। ਇਹ ਉਸ ਮਾਲਕ ਨੇ ਕਿਰਪਾ ਕੀਤੀ। ਮਾਰੇ ਕਹਿੰਦੇ ਹੁਣ ਅੰਦਰ ਆਨੰਦ ਹੈ, ਅੰਦਰ ਸੁੱਖ ਨੇ, ਅੰਦਰ ਵਿਸ਼ਰਾਮ ਹੋ ਗਿਆ। ਹੁਣ ਇਹ ਮਨ ਦੌੜ ਭੱਜ ਖਤਮ ਹੋ ਗਈ ਮਨ ਦੀ। ਖੇਪ ਨਮਾਹੀ ਬਹੁਤ ਲਾਭ ਕਰ ਆਏ ਪਤਵੰਤ। ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ।
ਇਹ ਖੇਪ ਜਿਹੜੀ ਸੀ ਨਾਮ ਦੀ, ਇਹ ਸੌਦਾ ਨਾਮ ਦਾ ਅਖੀਰ ਤੱਕ ਨਿਭ ਗਿਆ, ਮਗਰ ਇਹਦੇ ਵਿੱਚੋਂ ਲਾਭ ਹੀ ਲਾਭ ਮਿਲਿਆ। ਆਪਣੇ ਨਿਜ ਘਰ ਵਿੱਚ ਆ ਗਏ। ਜਦੋਂ ਇਹ ਸੰਸਾਰ ਤੋਂ ਗਏ ਤਾਂ ਪਤ ਲੈ ਕੇ ਗਏ, ਇੱਜ਼ਤ ਤੇ ਮਾਣ ਨਾਲ ਗਏ। ਖਰਾ ਦਿਲਾਸਾ ਗੁਰ ਦੀਆ, ਗੁਰੂ ਨੇ ਕਹਿੰਦੇ ਬੜੀ ਬਖਸ਼ਿਸ਼ ਕੀਤੀ, ਦਿਲਾਸਾ ਦਿੱਤਾ। ਆਏ ਮਿਲੇ ਭਗਵੰਤ। ਇਸ ਤਰ੍ਹਾਂ ਸਿਮਰਨ ਕਰਦਿਆਂ ਕਰਦਿਆਂ ਅਸੀਂ ਉਸ ਭਗਵੰਤ ਨੂੰ, ਉਸ ਭਾਗਾਂ ਵਾਲੇ ਵਾਹਿਗੁਰੂ ਅਕਾਲ ਪੁਰਖ ਨੂੰ ਅਨ ਮਿਲੇ। ਆਪਨ ਕੀਆ ਕਰਹਿ ਆਪ, ਆਗੈ ਪਾਛੈ ਆਪ। ਨਾਨਕ ਸੋ ਸਰਾਈਐ, ਜੇ ਘਟ ਘਟ ਰਿਹਾ ਵਿਆਪ। ਪਾਤਸ਼ਾਹ ਬਾਰੇ ਕਹਿੰਦੇ ਇਹ ਕਰਮ ਕਰਨ ਵਾਲਾ, ਇਹ ਬਖਸ਼ਿਸ਼ਾਂ ਕਰਨ ਵਾਲਾ ਉਹ ਆਪ ਹੈ। ਜੇ ਅਸੀਂ ਕਹੀਏ ਕਿ ਅਸੀਂ ਕਰ ਲਿਆ, ਅਸੀਂ ਇਹ ਕੀਤਾ, ਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਇਹ ਮਨ ਨਾਮ ਵਾਲੇ ਪਾਸੇ ਤੁਰਿਆ। ਇਸ ਮਨ ਨੇ ਉਸ ਪ੍ਰਭੂ ਦੇ ਗੁਣਾਂ ਨੂੰ ਗ੍ਰਹਿਣ ਕੀਤਾ। ਆਪਨ ਕੀਆ ਕਰੈ ਆਪ, ਇਹ ਕਰਨ ਕਰਾਉਣ ਵਾਲਾ ਤੇ ਉਹ ਆਪ ਹੈ। ਆਗਾ ਪਾਛਾ ਆਪ, ਸਾਡੇ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ, ਲੰਘ ਚੁੱਕੇ ਸਮੇਂ ਵਿੱਚ ਵੀ ਉਹਨੇ ਸਾਡਾ ਸਾਥ ਦਿੱਤਾ। ਨਾਨਕ ਸੋ ਸਰਾਈਐ। ਪੰਚਮ ਪਾਤਸ਼ਾਹ ਮਰ ਗਏ ਨੇ ਭਾਈ, ਫਿਰ ਉਹਦੀ ਸਿਫਤ ਸਲਾਹ ਕਰਨੀ ਕਰ ਜੋ ਘਟ ਘਟ ਰਿਹਾ ਵਿਆਪ, ਜਿਹੜਾ ਘਟ ਘਟ ਵਿੱਚ ਸਮਾਇਆ ਹੋਇਆ। ਜੇ ਸਿਫਤ ਸਲਾਹ ਕਰਨੀ ਹੈ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਰ, ਜੋ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹਦੀ ਸਿਫਤ ਸਲਾਹ ਕਰਨੀ ਕਰ, ਤੈਨੂੰ ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਸ਼ਲੋਕ ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਅਗਲੇ ਸ਼ਲੋਕ ਵਿੱਚ ਸੱਚੇ ਪਾਤਸ਼ਾਹ ਬੇਨਤੀ ਕਰਦੇ ਨੇ, ਸਾਨੂੰ ਸਿਖਾਉਂਦੇ ਨੇ ਕਿ ਪ੍ਰਭੂ ਅੱਗੇ ਇਸ ਤਰ੍ਹਾਂ ਬੇਨਤੀ ਕਰਨੀ ਕਰ ਭਾਈ। ਆਏ ਪ੍ਰਭ ਸ਼ਰਨਾਗਤੀ, ਪ੍ਰਭੂ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਕਿਰਪਾ ਨਿਧ ਦਇਆਲ, ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਦਇਆ ਦੇ ਘਰ ਹੋ। ਇਹ ਜਾਣ ਕੇ ਅਸੀਂ ਤੁਹਾਡੀ ਸ਼ਰਨ ਡਿੱਗੇ ਹਾਂ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਬਸ ਇੱਕ ਅੱਖਰ ਸਾਡੇ ਮਨ 'ਚ ਵਸ ਜਾਏ, ਸਾਡਾ ਜੀਵਨ ਨਿਹਾਲ ਨਿਹਾਲ ਹੋ ਜਾਏ। ਸਵਾਲ ਉੱਠਦਾ ਕਿ ਉਹ ਕਿਹੜਾ ਅੱਖਰ ਹੈ, ਕਿਉਂਕਿ ਫਿਰ ਜਗਿਆਸੂ ਸਵਾਲ ਕਰਦੇ ਨੇ ਜੀ, ਫਿਰ ਉਹ ਕਿਹੜਾ ਅੱਖਰ ਹੈ ਜਿਹੜਾ ਸਾਡੇ ਮਨ 'ਚ ਵਸ ਜਾਏ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਉਹ ਹੁਕਮ ਜਦੋਂ ਸਾਡੇ ਹਿਰਦੇ 'ਚ ਵਸ ਗਿਆ, ਜਿਹਨੂੰ ਕਬੀਰ ਸਾਹਿਬ ਕਹਿੰਦੇ ਹੁਕਮੈ ਬੂਝੈ ਤਾਂ ਦਰ ਸੂਝੈ। ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ, ਸਮਝ ਲਿਆ, ਜਾਣ ਲਿਆ, ਜਿਨ੍ਹਾਂ ਦੇ ਹਿਰਦੇ ਵਿੱਚ ਉਸ ਮਾਲਕ ਦਾ ਹੁਕਮ ਸਮਾ ਗਿਆ, ਜਿਹੜੇ ਦੇ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ, ਉਹ ਹੀ ਸਚਿਆਰ ਨੇ ਜੀ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਤੇ ਰਜ਼ਾ ਵਿੱਚ ਜਿਹਨੂੰ ਹੁਕਮ ਸਮਝ ਆ ਗਿਆ, ਤੇ ਪਾਤਸ਼ਾਹ ਕਹਿੰਦੇ ਮਹਾਰਾਜ ਉਹਨਾਂ ਦਾ ਜੀਵਨ ਨਿਹਾਲ ਨਿਹਾਲ ਹੋ ਗਿਆ। ਇਹ ਕਿਰਪਾ ਕਰੋ ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਹੁਕਮ ਨੂੰ ਬੁੱਝ ਲਈਏ, ਅਸੀਂ ਤੁਹਾਡੇ ਹੁਕਮ ਨੂੰ ਜਾਣ ਲਈਏ। ਬਸ ਇਹ ਕਿਰਪਾ ਕਰ ਦਿਓ ਸਾਡੇ ਤੇ। ਪੌੜੀ ਅੱਖਰ ਮੈਂ ਤੇਰੀ ਭਵਨ ਤਾਰੇ, ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ। ਇਹ ਅੱਖਰ ਤੋਂ ਭਾਵ ਹੁਕਮ ਜੋ ਸਾਨੂੰ ਨਜ਼ਰ ਪਿਆ ਆਉਂਦਾ ਹੈ, ਉਹ ਸਭ ਕੁਝ ਅੱਖਰਾਂ ਵਿੱਚ ਹੈ। ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਜਿਨੇ ਲਿਖੇ ਤੇ ਸਿਰ ਨਾਹੀਂ, ਜੇ ਫਰਮਾਏ ਤਿਵ ਤੇ ਪਾਏ। ਜੇਤਾ ਕੀਤਾ ਤੇਤਾ ਨਾਉ, ਬਿਨ ਨਾਮੈ ਨਾਹੀ ਕੋ ਥਾਉ। ਇਹ ਅੱਖਰ ਤੋਂ ਭਾਵ ਹੈ ਹੁਕਮ। ਤੇਰਾ ਹੁਕਮ ਅੱਖਰ ਮੈਂ ਤੇਰੇ ਭਵਨ ਪ੍ਰਭ ਧਾਰੇ, ਉਹਦੇ ਹੁਕਮ ਵਿੱਚ ਹੀ ਸਾਰਾ ਕੁਝ ਧਾਰਨ ਹੋਇਆ। ਇਹ ਆਕਾਸ਼, ਇਹ ਪਤਾਲ, ਇਹ ਧਰਤੀ, ਸਭ ਕੁਝ ਤਿੰਨੇ ਭਵਨ ਉਹਦੇ ਹੁਕਮ ਵਿੱਚ, ਭਾਵ ਪੂਰਾ ਬ੍ਰਹਿਮੰਡ ਉਹਦੇ ਹੁਕਮ ਵਿੱਚ ਹੈ। ਅੱਖਰ ਕਰ ਕਰ ਵੇਦ ਵਿਚਾਰੇ, ਉਹਦੇ ਹੁਕਮ ਵਿੱਚ ਹੀ ਵੇਦਾਂ ਦੀ ਵਿਚਾਰ ਹੋਈ। ਅੱਖਰ ਸ਼ਾਸਤਰ ਸਿਮਰਤ ਪੁਰਾਨਾ, ਅੱਖਰ ਨਾਦ ਕਥਨ ਵਖਿਆਨਾ। ਇਹ ਉਹਦੇ ਹੁਕਮ ਵਿੱਚ ਹੀ ਹੈ। ਮਹਾਰਾਜ ਕਹਿੰਦੇ ਇਹ ਸ਼ਾਸਤਰ, ਇਹ ਸਿਮਰਤੀਆਂ, ਇਹ ਵੇਦ, ਇਹ ਪੁਰਾਨ, ਇਹ ਨਾਦ, ਇਹ ਸੰਗੀਤ, ਇਹ ਕਥਾ, ਇਹ ਵਿਖਿਆਨ, ਇਹ ਸਭ ਕੁਝ ਉਹਦੇ ਹੁਕਮ ਵਿੱਚ ਹੀ ਹੈ, ਕਿਉਂਕਿ ਉਹਦਾ ਹੁਕਮ ਅੱਖਰਾਂ ਵਿੱਚ ਆਉਂਦਾ ਹੈ।
ਅੱਖਰ ਮੁਕਤ ਜੁਗਤ ਭੈ ਭਰਮਾ, ਅੱਖਰ ਕਰਮ ਕਿਰਤ ਸੁਚ ਧਰਮਾ। ਉਹਦੇ ਹੁਕਮ ਵਿੱਚ ਹੀ ਮੁਕਤੀ ਹੈ, ਜੀਵਨ ਦੀ ਜੁਗਤੀ ਹੈ, ਇਹ ਭਰਮ ਭੁਲੇਖਿਆਂ ਤੋਂ ਪਾਰ ਹੋਣਾ ਹੈ। ਅੱਖਰ ਕਰਮ ਕਿਰਤ ਸੁਚ ਧਰਮਾ, ਸਾਡੇ ਕਰਮ ਸੱਚੀ ਸੁੱਚੀ ਕਿਰਤ ਜੀਵਨ ਦੀ ਮਰਿਆਦਾ ਸਾਨੂੰ ਉਹਦੇ ਹੁਕਮ ਵਿੱਚ ਰਹਿ ਕੇ ਹੀ ਸਮਝ ਆਏਗੀ। ਦਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਮਹਾਰਾਜ ਕਹਿੰਦੇ ਭਾਈ ਜੋ ਕੁਝ ਵੀ ਜਹਾਂ ਬੋਲ ਤੈ ਅਛਰ ਆਵਾ, ਜਿੱਥੇ ਬੋਲੀ ਆਏਗੀ, ਜੋ ਚੀਜ਼ ਸਾਨੂੰ ਇਹਨਾਂ ਅੱਖਾਂ ਨਾਲ ਨਜ਼ਰ ਆਉਂਦੀ ਹੈ ਉੱਥੇ ਅੱਖਰ ਆਉਣਗੇ, ਭਾਵ ਉਹਦਾ ਹੁਕਮ ਆਏਗਾ। ਨਾਨਕ ਪਾਰ ਬ੍ਰਹਮ ਨਿਰਲੇਪਾ, ਪਰ ਮਹਾਰਾਜ ਕਹਿੰਦੇ ਉਹ ਆਪ ਇਹਨਾਂ ਤੋਂ ਨਿਰਲੇਪ ਹੈ, ਕਿਉਂਕਿ ਉਹਦਾ ਕਿਸੇ ਅੱਖਰ ਵਿੱਚ ਨਹੀਂ ਆਉਂਦਾ ਜੀ। ਪਰਮਾਤਮਾ ਦਾ ਨਾਮ ਅਨਾਮ ਹੈ, ਇਸ ਕਰਕੇ ਉਹਨੂੰ ਸਿਰਫ ਜਾਣਿਆ ਜਾਂਦਾ ਹੈ, ਸਮਝਿਆ ਜਾਂਦਾ ਹੈ, ਮਹਿਸੂਸ ਕੀਤਾ ਜਾਂਦਾ ਹੈ। ਉਹ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੈ, ਭਾਵੇਂ ਉਹਦਾ ਹੁਕਮ ਸਾਰੇ ਵਰਤਦਾ ਹੈ, ਉਹ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਪਰ ਸਮਾਇਆ ਹੋਣ ਦੇ ਬਾਵਜੂਦ ਵੀ ਨਿਰਲੇਪ ਹੈ। ਸ਼ਲੋਕ ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ। ਸੱਚੇ ਪਾਤਸ਼ਾਹ ਸਨਮੁਖ ਹੋ ਕੇ ਉਸ ਪ੍ਰਭੂ ਦੇ ਬੇਨਤੀ ਕਰਦੇ ਨੇ, ਪ੍ਰਭੂ ਜੀ ਹੱਥ ਕਲਮ ਅਗੰਮ, ਸਭ ਦੇ ਲੇਖਾਂ ਦੀ ਕਲਮ ਤੁਹਾਡੇ ਹੱਥ ਵਿੱਚ ਹੈ, ਪਰ ਤੁਸੀਂ ਆਪ ਪਹੁੰਚ ਤੋਂ ਬਾਹਰ ਹੋ, ਆਪ ਤੁਸੀਂ ਅਗੰਮ ਹੋ। ਮਸਤਕ ਲਿਖਾਵਤੀ, ਸਾਰਿਆਂ ਦੇ ਮੱਥਿਆਂ ਦੇ ਲੇਖ ਪਏ ਤੁਸੀਂ ਲਿਖਦੇ ਹੋ। ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ, ਤੁਸੀਂ ਸਾਰਿਆਂ ਵਿੱਚ ਸਮਾਏ ਹੋਏ ਹੋ, ਅਨੂਪ ਹੋ, ਤੁਹਾਡੀ ਉਪਮਾ ਨਹੀਂ ਕੀਤੀ ਜਾ ਸਕਦੀ। ਰੂਪਾਵਤੀ, ਤੁਸੀਂ ਬਹੁਤ ਹੀ ਸੁੰਦਰ ਹੋ, ਜਿਹਨੂੰ ਬਿਆਨ ਕਰਨਾ ਔਖਾ ਲੱਗਦਾ ਹੈ। ਉਸਤਤ ਕਹਿਣ ਨਾ ਜਾਏ ਮੁਖੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਪ੍ਰਭੂ ਜੀ ਸਾਡੀ ਇੰਨੀ ਮਤ ਨਹੀਂ ਹੈ, ਸਾਡੇ ਕੋਲ ਇੰਨੇ ਸ਼ਬਦ ਨਹੀਂ ਹਨ ਕਿ ਅਸੀਂ ਇਸ ਮੁਖ ਨਾਲ ਤੁਹਾਡੀ ਉਸਤਤ ਕਰ ਸਕੀਏ। ਮੁਖੋਂ ਕਹਿਣ ਨਾ ਜਾਏ, ਮਰ ਕਹਿੰਦੇ ਉਸਤਤ ਕਹਿਣ ਨਾ ਜਾਏ, ਤੁਹਾਡੀ ਉਸਤਤ ਇਸ ਮੁਖ ਨਾਲ ਅਸੀਂ ਕਹਿ ਹੀ ਨਹੀਂ ਸਕਦੇ। ਇੱਕ ਜੀਭ ਨਾਲ ਤੁਹਾਡੀ ਉਸਤਤ ਕੀ ਕਰੀਏ ਅਸੀਂ। ਮੋਹੀ ਦੇਖ ਦਰਸ, ਮੈਂ ਤੇ ਤੇਰਾ ਦਰਸ਼ਨ ਦੇਖ ਕੇ ਹੀ ਮੋਹੀ ਗਈ, ਐਸੇ ਮੋਹੇ ਗਏ ਕਿ ਅਸੀਂ ਵਿਸਮਾਦ ਵਿੱਚ ਚਲੇ ਗਏ, ਅਸੀਂ ਕੁਝ ਕਹਿਣ ਜੋਗੇ ਹੀ ਨਾ ਰਹੇ। ਤੇਰਾ ਦਰਸ਼ਨ ਦੇਖਦਿਆਂ ਹੀ ਅਸੀਂ ਆਨੰਦ ਹੋ ਗਏ, ਵਿਸਮਾਦ ਵਿੱਚ ਚਲੇ ਗਏ। ਮੈਂ ਤੇ ਤੇਰੇ ਤੋਂ ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਤੇਰੇ ਦਰਸ਼ਨ ਕੀਤਿਆਂ ਹੀ ਅਸੀਂ ਬਲਿਹਾਰ ਹੋ ਗਏ। ਪੌੜੀ हे अच्युत हे पार ब्रह्म अविनाशी अगनाश, हे पूरन हे सर्व मैं दुख भंजन गुणतास। सच्चे पातशाह उस प्रभु दे गुणां नूं वर्णन करदे ने। हे अच्युत, हे प्रभु जी तुसीं हमेशा रहण वाले हो। हे पार ब्रह्म, प्रभु जी तुसीं इस ब्रह्म तो भी परे हो। अविनाशी अगनाश, तुसीं ना नाश होने वाले हो, पापां दा नाश करन वाले हो। हे पूरन हे सर्व मैं, हे प्रभु जी तुसीं भरे पूरे हो हर जगह। आद पूरन मद पूरन अंत पूरन परमेश्वर है, तुसीं सारियां विच समाए होए हो। दुख भंजन गुणतास, प्रभु तुसीं दुखां नूं तोड़न वाले हो, गुणां दे खजाने हो। हे संगी हे निरंकार, हे निर्गुण सब टेक, हे गोबिंद हे गुण निधान
ਜਾਂ ਕੈ ਸਦਾ ਵਿਵੇਕ। ਹੇ ਸੰਗੀ, ਐ ਪ੍ਰਭੂ ਜੀ ਤੁਸੀਂ ਸਾਰਿਆਂ ਦੇ ਸੰਗ ਹੋ, ਤੁਸੀਂ ਸਾਰਿਆਂ ਦੇ ਸੰਗ ਵਸਦੇ ਹੋ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਤੁਸੀਂ ਸਾਰਿਆਂ ਦੇ ਸੰਗ ਵੀ ਵਸਦੇ ਹੋ। ਹੇ ਨਿਰੰਕਾਰ, ਪਰ ਪ੍ਰਭੂ ਜੀ ਤੁਹਾਡਾ ਆਪਣਾ ਆਕਾਰ ਕੋਈ ਨਹੀਂ ਹੈ। ਹੇ ਨਿਰਗੁਣ ਸਭ ਟੇਕ। ਹੇ ਪ੍ਰਭੂ ਜੀ, ਤੁਸੀਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਨਿਰਲੇਪ ਹੋ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹਨਾਂ ਗੁਣਾਂ ਤੋਂ ਨਿਰਲੇਪ ਹੋ, ਸਾਰਿਆਂ ਦੀ ਟੇਕ ਹੋ, ਸਾਰਿਆਂ ਦੇ ਆਸਰਾ ਹੋ। ਹੇ ਗੋਬਿੰਦ, ਹੇ ਗੁਣ ਨਿਧਾਨ। ਹੇ ਧਰਤੀ ਨੂੰ ਪਾਲਣ ਵਾਲਿਆ, ਧਰਤੀ ਨੂੰ ਪੈਦਾ ਕਰਨ ਵਾਲਿਆ, ਤੁਸੀਂ ਗੁਣਾਂ ਦੇ ਖਜ਼ਾਨੇ ਹੋ। ਜਾਂ ਕੈ ਸਦਾ ਵਿਵੇਕ, ਜਿਹੜੇ ਸਦਾ ਹੀ ਵਿਵੇਕੀ ਹੋ, ਜਿਹੜੇ ਸੱਚ ਦੇ ਝੂਠ ਦੀ ਪਹਿਚਾਨ ਕਰਨ ਵਾਲੇ ਹੋ, ਤੁਸੀਂ ਸੱਚ ਦੇ ਝੂਠ ਦੀ ਪਹਿਚਾਨ ਕਰ ਲੈਂਦੇ ਹੋ। ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਅਪਰੰਪਰ, ਹੇ ਪ੍ਰਭੂ ਜੀ ਤੁਸੀਂ ਪਰੇ ਤੋਂ ਪਰੇ ਹੋ, ਸਾਡੀ ਮਤ ਬੁੱਧ ਤੋਂ ਵੀ ਪਰੇ ਹੋ। ਹਰ ਹਰੈ, ਹੇ ਪ੍ਰਭੂ ਤੁਸੀਂ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲੇ ਹੋ, ਸਾਰਿਆਂ ਨੂੰ ਖੁਸ਼ੀਆਂ ਵੰਡਣ ਵਾਲੇ ਹੋ। ਹੈ ਵੀ ਹੋਵਨਹਾਰ, ਪਹਿਲਾਂ ਵੀ ਸੀ, ਹੁਣ ਵੀ ਹੋ, ਅੱਗੋਂ ਵੀ ਰਹਿਣ ਵਾਲੇ ਹੋ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹੇ ਸੰਤਾਂ ਕੈ ਸਦਾ ਸੰਗ, ਹੇ ਪ੍ਰਭੂ ਜੀ ਤੁਸੀਂ ਆਪਣੇ ਸੰਤਾਂ ਦੇ, ਆਪਣੇ ਗੁਰਮੁਖਾਂ ਦੇ, ਆਪਣੇ ਪਿਆਰਿਆਂ ਦੇ ਹਮੇਸ਼ਾ ਅੰਗ ਸੰਗ ਰਹਿੰਦੇ ਹੋ। ਨਿਧਾਰਾ ਆਧਾਰ, ਪ੍ਰਭੂ ਜੀ ਤੁਸੀਂ ਨਿਆਸਰਿਆਂ ਦੇ ਆਸਰੇ ਹੋ, ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਫਿਰ ਤੁਸੀਂ ਉਹਨਾਂ ਦੇ ਆਸਰੇ ਹੋ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਹੇ ਪ੍ਰਭੂ ਤੁਸੀਂ ਸਾਰਿਆਂ ਦੇ ਠਾਕੁਰ ਹੋ, ਤੁਸੀਂ ਸਾਰਿਆਂ ਦੇ ਮਾਲਕ ਹੋ, ਅਸੀਂ ਤੁਹਾਡੇ ਦਾਸ ਹਾਂ। ਮੈਂ ਨਿਰਗੁਣ ਗੁਣ ਨਹੀਂ ਕੋਏ, ਅਸੀਂ ਤੇ ਨਿਰਗੁਣ ਹਾਂ, ਨਿਰਗੁਣਹਾਰ ਹਾਂ। ਸਾਡੇ ਵਿੱਚ ਤੇ ਗੁਣ ਹੋਈ ਕੋਈ ਨਹੀਂ, ਕਿਉਂਕਿ ਤੂੰ ਤੇ ਗੁਣੀ ਨਿਧਾਨ ਹੈ। ਤੇਰੇ ਨਾਲ ਸਾਡਾ ਮਿਲਾਪ ਕਿਵੇਂ ਹੋਵੇ, ਇਹ ਕਿਰਪਾ ਕਰ। ਨਾਨਕ ਦੀਜੈ ਨਾਮਦਾਨ, ਰਾਖੋ ਹੀ ਐ ਪਰੋਏ। ਹੇ ਪ੍ਰਭੂ ਜੀ ਇਹ ਕਿਰਪਾ ਕਰ ਦਿਓ ਸਾਡੇ ਤੇ। ਨਾਨਕ ਦੀਜੈ ਨਾਮਦਾਨ, ਸਾਡੀ ਝੋਲੀ ਵਿੱਚ ਨਾਮ ਦਾ ਦਾਨ ਪਾ ਦਿਓ, ਇਹ ਕਿਰਪਾ ਕਰੋ। ਰਾਖੋ ਹੀ ਐ ਪਰੋਏ, ਮੈਂ ਉਸ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਰੱਖਾਂਗਾ, ਹਮੇਸ਼ਾ ਦਿਨ ਰਾਤ ਤੈਨੂੰ ਜਪਦਾ ਰਵਾਂਗਾ। ਇਹ ਕਿਰਪਾ ਕਰੋ, ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ। ਸ਼ਲੋਕ, ਇਹ ਸ਼ਲੋਕ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ, ਕਿਉਂਕਿ ਪਾਤਸ਼ਾਹ ਦਾ ਹੁਕਮ ਹੈ ਇਹਨੂੰ ਆਦ ਅੰਤ ਪੜ੍ਹਨਾ ਹੈ। ਆਓ ਮਿਲ ਕੇ ਸਾਰੇ ਪੜ੍ਹਦੇ ਹਾਂ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ।
गुरुदेव संगत प्रभ मेल कर कृपा, हम मूड पापी जित लग तरा। गुरुदेव सतगुर पार ब्रह्म परमेश्वर, गुरुदेव नानक हर नमस्कारा। गुरुदेव सतगुर पार ब्रह्म परमेश्वर, गुरुदेव नानक हर नमस्कारा। ਇਹ ਸ਼ਲੋਕ ਆਦ ਅੰਤ ਪੜ੍ਹਨਾ। ਮਹਾਰਾਜ ਨੇ ਕਿਹਾ ਕਿ ਇਸ ਸ਼ਲੋਕ ਨੂੰ ਭਾਈ ਜਦੋਂ ਆਪਾਂ ਮੁੱਢ ਕੀਤਾ ਸੀ ਉਦੋਂ ਪੜ੍ਹਿਆ ਸੀ ਤੇ ਅਖੀਰ 'ਚ ਅਰਥ ਆਪਾਂ ਕਰ ਚੁੱਕੇ ਹਾਂ। ਸੋ ਇੱਥੇ ਇਹ ਬਾਣੀ ਜਿਹੜੀ ਹੈ ਉਹ ਸੰਪੂਰਨ ਹੁੰਦੀ ਹੈ। ਕੱਲ ਨੂੰ ਗੌੜੀ ਸੁਖਮਣੀ ਸ਼ੁਰੂ ਹੋਏਗੀ। ਸੋ ਸੰਗਤ ਦੀ ਕਿਰਪਾ ਨਾਲ, ਬੜੀ ਬਖਸ਼ਿਸ਼ ਹੈ, ਸੰਗਤ ਦੀਆਂ ਅਸੀਸਾਂ ਨਾਲ ਇੱਥੋਂ ਤੱਕ ਪਹੁੰਚੇ ਹਾਂ। ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ। ਇਹ ਇਸ ਤਰ੍ਹਾਂ ਬਣਿਆ ਰਵੇ। ਕੱਲ ਤੋਂ ਫਿਰ ਸੁਖਮਣੀ ਸਾਹਿਬ ਆਰੰਭ ਹੋਏਗੀ। ਸਮਾਂ ਵੇਖਾਂਗੇ ਕਿਸ ਤਰ੍ਹਾਂ ਹੋਏਗਾ। ਸੋ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿ